ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰੀ ਜੀ ਨਾਲ, ਬੇਬੇ ਨਾਨਕੀ ਜੀ ਨਾਲ ਅਤੇ ਮਾਮਾ ਕਿਰਪਾਲ ਦਾਸ ਜੀ ਨਾਲ ਅਤੇ ਹੋਰ ਸੰਗੀ ਸਾਥੀਆਂ ਦੇ ਨਾਲ ਗੋਬਿੰਦ ਰਾਏ ਜੀ ਨੇ ਲਖਨੌਰ ਪੁੱਜਣਾ। ਹੌਲੀ ਹੌਲੀ ਕਾਫਲਾ ਜਿਹਨੇ ਅੰਬਾਲੇ ਦੇ ਲਖਨੌਰ ਨਗਰ ਵਿੱਚ ਪਹੁੰਚ ਗਿਆ, ਉੱਥੇ ਅਟਕਿਆ ਅਤੇ ਇੱਕ ਦਿਨ ਹੀ ਹੋਇਆ ਸੀ ਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਪੁੱਜਾ, ਲਖਨੌਰ ਵਿੱਚ ਉਨਾ ਚਿਰ ਅਟਕਿਆ ਜਾਵੇ ਜਿੰਨਾ ਚਿਰ ਅਸੀਂ ਆਪ ਆਨੰਦਪੁਰ ਵੱਲ ਆਉਣ ਦੀ ਆਗਿਆ ਨਾ ਦੇਈਏ। ਆਗਿਆ ਦਾ ਪਾਲਣ ਕਰਨਾ ਜ਼ਰੂਰੀ ਹੈ। ਰਾਹ ਵਿੱਚ ਰੁਕਣ ਦੀ ਆਗਿਆ ਸਤਿਗੁਰੂ ਜੀ ਨੇ ਦੇ ਦਿੱਤੀ। ਇਸ ਦਾ ਭੇਦ ਉਹੀ ਜਾਣਨ ਪਏ। ਇਸ ਸੰਦੇਸ਼ ਨੂੰ ਸੁਣ ਕੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਬਹੁਤ ਹੈਰਾਨ ਹੋਏ। ਉਹਨਾਂ ਦਾ ਦਿਲ ਧੜਕਣ ਲੱਗ ਪਿਆ। ਉਹਨਾਂ ਨੇ ਖਿਆਲ ਕੀਤਾ ਕਿ ਸ਼ਾਇਦ ਸੋਢੀਆਂ ਨੇ ਕੋਈ ਉਪੱਦਰ ਕੀਤਾ ਹੋਵੇ। ਜਿਸ ਸੇਵਾਦਾਰ ਨੇ ਸਤਿਗੁਰੂ ਜੀ ਦਾ ਸੰਦੇਸ਼ ਸੁਣਾਇਆ ਸੀ, ਉਸ ਉੱਤੇ ਬਹੁਤ ਸਵਾਲ ਕਰਕੇ ਮਾਤਾ ਜੀ ਨੇ ਪਤਾ ਕਰਨ ਦਾ ਯਤਨ ਕੀਤਾ, ਪਰ ਸਫਲਤਾ ਪ੍ਰਾਪਤ ਨਾ ਹੋਈ। ਸੇਵਾਦਾਰ ਇੱਕ ਗੱਲ ਆਖੀ ਗਿਆ, ਮੈਨੂੰ ਕੁਝ ਪਤਾ ਨਹੀਂ, ਸੱਚੇ ਪਾਤਸ਼ਾਹ ਹੀ ਜਾਣਨ, ਕਿਉਂਕਿ ਰੋਕਣ ਵਾਸਤੇ ਹੁਕਮ ਦਿੱਤਾ ਹੈ। ਆਨੰਦਪੁਰ ਵਿੱਚ ਸੁਖ ਸ਼ਾਂਤੀ ਹੈ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ। ਸਤਿਗੁਰੂ ਜੀ ਕਸ਼ਮੀਰ ਵੱਲ ਆਏ ਹੋਏ ਹਨ। ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਜੀ ਦੇ ਦਰਸ਼ਨ ਨਹੀਂ ਸਨ ਕੀਤੇ। ਉਹਨਾਂ ਨੂੰ ਪਿਤਾ ਜੀ ਦੇ ਦਰਸ਼ਨ ਕਰਨ ਦੀ ਬਹੁਤ ਰੀਝ ਸੀ। ਉਹ ਰੀਝ ਇੱਕ ਤੜਫ ਬਣ ਕੇ, ਪਿਆਰ ਬਣ ਕੇ ਤੰਗ ਕਰ ਰਹੀ ਸੀ। ਉਹ ਛੇਤੀ ਤੋਂ ਛੇਤੀ ਚੰਗੇ ਪਿਤਾ ਜੀ ਦਾ ਦਰਸ਼ਨ ਕਰਕੇ ਜੀਵਨ ਸਫਲ ਕਰਨਾ ਚਾਹੁੰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਜੀ ਵੱਲੋਂ ਹੁਕਮ ਆਇਆ ਹੈ ਕਿ ਅਟਕਿਆ ਜਾਵੇ, ਤਾਂ ਉਹ ਕੁਝ ਉਦਾਸ ਹੋਏ, ਪਰ ਉਹ ਉਦਾਸੀ ਬਹੁਤਾ ਚਿਰ ਨਾ ਰਹੀ। ਅੰਤਰਜਾਮੀ ਅਤੇ ਘਟ ਜਾਣਨਹਾਰ ਸਭ ਕੁਝ ਜਾਣ ਕੇ ਪ੍ਰਸ਼ਨ ਚਿੱਤ ਜੀਵਾਂ ਨੂੰ ਨਿਹਾਲ ਕਰਨ ਲੱਗੇ, ਜਿਵੇਂ ਪਟਨਾ ਸ਼ਹਿਰ ਵਿੱਚ ਛੋਟੇ ਬੱਚਿਆਂ ਨਾਲ ਮਿਲ ਕੇ ਕੌਤਕ ਕਰਦੇ ਤੇ ਖੇਡਦੇ ਸਨ, ਤਿਵੇਂ ਇੱਥੇ ਖੇਡਣ ਲੱਗੇ। ਸੁਚੱਜੇ ਸਾਫ ਸੁਥਰੇ ਅਤੇ ਨੇਕ ਬਾਲਾਂ ਨਾਲ ਦੂਸਰੇ ਬੱਚੇ ਸਦਾ ਖੇਡਣ ਵਾਸਤੇ ਤਿਆਰ ਰਹਿੰਦੇ ਸਨ। ਬੇਪਰਵਾਹ ਪਾਤਸ਼ਾਹ ਨੂੰ ਹਾਣੀ ਮਿਲ ਗਏ। ਉਹਨਾਂ ਨਾਲ ਖੇਡਣਾ ਆਰੰਭ ਕੀਤਾ। ਖੇਡਣ ਵੇਲੇ ਕਈ ਅਚਰਜ ਕੌਤਕ ਵੀ ਕਰਦੇ, ਜਿਨ੍ਹਾਂ ਕੌਤਕਾਂ ਨੂੰ ਦੇਖਣ ਵਾਲੇ ਹੈਰਾਨ ਹੋ ਜਾਂਦੇ ਤੇ ਕਰਾਮਾਤੀ ਜਾਂ ਵੱਡਾ ਮਹਾਂਪੁਰਖ ਸਮਝ ਕੇ ਸਿਰ ਨਿਵਾ ਦਿੰਦੇ ਸਨ। ਲਖਨੌਰ ਦੇ ਲੋਕਾਂ ਨੇ ਪਹਿਲਾਂ ਤਾਂ ਬਹੁਤੀ ਸ਼ਰਧਾ ਨਾ ਪ੍ਰਗਟ ਕੀਤੀ, ਪਰ ਇਹ ਘਟਨਾ ਵਾਪਰਨ ਪਿੱਛੋਂ ਤਾਂ ਸਾਰਾ ਲਖਨੌਰ ਸਤਿਗੁਰੂ ਜੀ ਦੀ ਸੇਵਕ ਬਣ ਗਿਆ। ਉਹ ਘਟਨਾ ਇਉਂ ਵਾਪਰੀ ਸੀ ਕਿ ਸਤਿਗੁਰੂ ਜੀ ਦੇ ਨਾਲ ਖੇਡਣ ਵਾਲੇ ਮੁੰਡਿਆਂ ਵਿੱਚ ਇੱਕ ਮੁੰਡਾ ਰਾਮਨਾਥ ਸੀ। ਉਸਦੀ ਮਾਤਾ ਕਿਸੇ ਭਿਆਨਕ ਰੋਗ ਨਾਲ ਰੋਗਣ ਸੀ। ਜਿਵੇਂ ਲੱਕੜੀ ਨੂੰ ਘੁਣਦਾ ਕੀੜਾ ਖਾਂਦਾ ਹੈ, ਤਿਵੇਂ ਰੋਗ ਉਸਦੇ ਸਰੀਰ ਨੂੰ ਖਾ ਰਿਹਾ ਸੀ। ਉਹ ਮੰਜੀ ਉੱਤੇ ਉੱਠ ਕੇ ਤੁਰ ਫਿਰ ਨਹੀਂ ਸੀ ਸਕਦੀ। ਸਬੱਬ ਨਾਲ ਸਤਿਗੁਰੂ ਜੀ ਨੇ ਉਸਦੇ ਘਰ ਚਲੇ ਗਏ ਅਤੇ ਰਾਮਨਾਥ ਨੂੰ ਕਹਿਣ ਲੱਗੇ, ਰਾਮ, ਖੇਡਣ ਨਹੀਂ ਚੱਲਣਾ? ਮੈਂ ਕਿਵੇਂ ਜਾਵਾਂ? ਮੇਰੀ ਮਾਂ ਬਹੁਤ ਬਿਮਾਰ ਹੈ, ਇਸ ਦੇ ਕੋਲ ਕੋਈ ਨਹੀਂ ਹੈ। ਰਾਮਨਾਥ ਨੇ ਉੱਤਰ ਦਿੱਤਾ ਸੀ। ਇਹ ਸੁਣ ਕੇ ਦਇਆ ਦੇ ਸਾਗਰ ਸਤਿਗੁਰੂ ਜੀ ਨੇ ਹਿਰਦੇ ਵਿੱਚ ਦਇਆ ਆ ਗਈ। ਅਕਾਲ ਪੁਰਖ ਪ੍ਰਸੰਨ ਹੋ ਗਿਆ। ਰੋਗਨ ਦੇ ਭਾਗ ਜਾਗ ਪਏ। ਜੋ ਜੰਮ ਉਸ ਨੂੰ ਲੈਣ ਵਾਸਤੇ ਘੜੀ ਮੁੜੀ ਆਉਂਦੇ ਸਨ, ਉਹ ਵੀ ਸ਼ਰਮਿੰਦੇ ਹੋ ਕੇ ਪਿੱਛੇ ਮੁੜ ਗਏ। ਸਾਹਿਬਾਂ ਨੇ ਬਚਨ ਕੀਤਾ, ਤੇਰੀ ਮਾਂ ਤਾਂ ਰਾਜੀ ਹੈ, ਆ ਖੇਡੀਏ। ਆਪ ਉੱਠ ਕੇ ਬੈਠ ਜਾਵੇਗੀ, ਘਰ ਦਾ ਕੰਮ ਕਰੇਗੀ ਅਤੇ ਘਰ ਦੀ ਰਾਖੀ ਕਰੇਗੀ। ਇਹ ਬਚਨ ਸੁਣ ਕੇ ਸਤਿਗੁਰੂ ਜੀ ਦੇ ਰਾਮਨਾਥ ਦੀ ਗੋਬਿੰਦ ਰਾਏ ਜੀ ਨੇ ਬਾਂਹ ਫੜ ਲਈ, ਉਸ ਨੂੰ ਬਾਹਰ ਨੂੰ ਧੂ ਤੁਰੇ। ਜਿਉਂ ਹੀ ਸਤਿਗੁਰੂ ਜੀ ਬੂਹੇ ਤੋਂ ਬਾਹਰ ਹੋਏ ਤਾਂ ਰਾਮਨਾਥ ਜੀ ਦੀ ਮਾਤਾ ਨੇ ਇੱਕ ਜ਼ੋਰ ਦੀ ਕੰਬਣੀ ਆਈ। ਉਹ ਉਸ ਕੰਬਣੀ ਨਾਲ ਉਹਦੇ ਤਨ ਦੀ ਨਾੜ ਹਿੱਲ ਗਈ। ਖੂਨ ਉਬਲ ਪਿਆ। ਉਸ ਨੂੰ ਇੰਜ ਪ੍ਰਤੀਤ ਹੋਇਆ ਕਿ ਜਿਵੇਂ ਉਸ ਦੇ ਸਰੀਰ ਵਿੱਚ ਰੋਗ ਦਾ ਭੂਤ ਉਡੰਤਰ ਹੋ ਗਿਆ ਹੈ। ਉਸ ਨੂੰ 2 ਨਿਛਾਂ ਆਈਆਂ। ਉਹਨਾਂ ਨਿਛਾਂ ਦੇ ਨਾਲ ਸਿਰ ਹੌਲਾ ਕਰ ਦਿੱਤਾ। ਉਹ ਆਪਣੇ ਆਪ ਉੱਠ ਕੇ ਬੈਠ ਗਈ ਅਤੇ ਬੈਠੀ ਮਨ ਹੀ ਮਨ ਕਹਿਣ ਲੱਗੀ, ਇਹ ਬਾਲਕ ਕੋਈ ਕਰਾਮਾਤੀ ਬਾਲਕ ਹੈ, ਭਗਵਾਨ ਦਾ ਰੂਪ ਹੈ, ਰੱਬ ਦਾ ਰੂਪ ਹੈ। ਮੇਰੇ ਧਨ ਭਾਗ, ਮੇਰੇ ਘਰ ਪਰਮੇਸ਼ਰ ਆਇਆ ਹੈ। ਮੈਨੂੰ ਮੋਈ ਨੂੰ ਜਿਵਾ ਗਿਆ। ਮੈਂ ਵਾਰੀ ਜਾਵਾਂ, ਸਦਕੇ ਜਾਵਾਂ ਇਸ ਬਾਲਕ ਰੂਪ ਪਰਮੇਸ਼ਰ ਤੇ ਦਰਸ਼ਨ ਕਰਾਂ। ਹੇ ਰਾਮ, ਉਸ ਨੂੰ ਤ੍ਰੇਹ ਲੱਗੀ। ਉਹ ਉੱਠੀ ਅਤੇ ਮੰਜੇ ਤੋਂ ਉਤਰ ਕੇ ਪਾਣੀ ਪੀਣ ਦੀ ਉਸਨੇ ਇੱਛਾ ਕੀਤੀ। ਜਿਉਂ ਹੀ ਉਸਨੇ ਧਰਤੀ ਉੱਤੇ ਪੈਰ ਰੱਖੇ, ਤਿਉਂ ਹੀ ਉਸਨੂੰ ਅਨੁਭਵ ਹੋਇਆ ਕਿ ਉਸਦਾ ਰੋਗ ਦੂਰ ਹੋ ਗਿਆ ਹੈ। ਉਸਦੇ ਪੈਰ ਨਾ ਕੰਬੇ, ਲੱਤਾਂ ਤੇ ਸਰੀਰ ਦਾ ਭਾਰ ਝੱਲ ਲਿਆ। ਉਹ ਕਾਹਲੀ ਕਦਮ ਪੁੱਟ ਕੇ ਘੜੇ ਦੇ ਕੋਲ ਗਈ। ਘੜੇ ਵਿੱਚੋਂ ਪਾਣੀ ਛੰਨੇ ਵਿੱਚ ਪਾਇਆ ਅਤੇ ਗਟ ਪੀ ਗਈ। ਪੂਰੇ ਸਾਲ ਪਿੱਛੋਂ ਉਸਦੇ ਆਪ ਹੱਥੀਂ ਪਾਣੀ ਪਾ ਕੇ ਪੀਤਾ ਸੀ। ਉਸਦੇ ਪਾਣੀ ਪੀਣ ਨਾਲ ਉਹਦੇ ਸਰੀਰ ਵਿੱਚ ਸ਼ਕਤੀ ਆ ਗਈ। ਉਹ ਪਾਣੀ ਕੀ ਸੀ? ਉਸ ਗੋਬਿੰਦ ਰਾਏ ਜੀ ਅੰਮ੍ਰਿਤ ਸੀ ਜੋ ਦੇ ਗਏ। ਪਾਣੀ ਨੂੰ ਪੀ ਕੇ ਉਸਨੇ ਅੰਗੜਾਈ ਲਈ। ਉਹਦੀਆਂ ਅੱਖਾਂ ਵਿੱਚ ਪੂਰੀ ਜੋਤਨਾ ਸੀ। ਉਸਨੇ ਘਰ ਦੀ ਹਰ ਇੱਕ ਵਸਤੂ ਵੱਲ ਧਿਆਨ ਨਾਲ ਦੇਖਿਆ। ਸਾਰੀਆਂ ਵਸਤੂਆਂ ਜੋ 2 ਘੜੀ ਪਹਿਲਾਂ ਉਸ ਨੂੰ ਡਰਾਉਣੀਆਂ ਲੱਗਦੀਆਂ ਸਨ, ਉਹ ਚੰਗੀਆਂ ਲੱਗੀਆਂ। ਘਰ ਪਿਆਰਾ ਲੱਗਾ। ਨਵਾਂ ਜੀਵਨ ਪ੍ਰਾਪਤ ਹੋਇਆ। ਇਸਤਰੀ ਤੋਂ ਬਿਨਾਂ ਘਰ ਡਰਾਉਣਾ ਬਣ ਜਾਂਦਾ ਹੈ। ਕੋਈ ਸਫਾਈ ਨਹੀਂ ਕਰਦਾ, ਕੋਈ ਥਾਂ ਸਿਰ ਚੀਜ਼ਾਂ ਨਹੀਂ ਰੱਖਦਾ। ਉਸਨੇ ਝਾੜੂ ਫੜਿਆ
ਥਾਂ ਥਾਂ ਸਾਫ਼ ਕੀਤੀ। ਉਹ ਝਾੜੂ ਦੇ ਰਹੀ ਸੀ ਕਿ ਉਸ ਦੀ ਗੁਆਂਢਣ ਆ ਗਈ। ਉਸਨੇ ਝਾੜੂ ਦਿੰਦੀ ਦੇਖ ਕੇ ਬਹੁਤ ਹੈਰਾਨ ਹੋਈ। ਉਹ ਤਾਂ ਸਮਝਦੀ ਸੀ ਕਿ ਰਾਮਨਾਥ ਦੀ ਮਾਂ 2-4 ਦਿਨ ਦੀ ਪ੍ਰਾਹੁਣੀ ਹੈ, ਪਰ ਉਹ ਅਰੋਗ ਇਸਤਰੀਆਂ ਵਾਂਗ ਘਰ ਦੇ ਕੰਮਾਂ ਵਿੱਚ ਲੱਗੀ ਦੇਖ ਕੇ ਉਹਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਉਸਨੇ ਕਾਹਲੀ ਨਾਲ ਪੁੱਛਿਆ, ਸੀਤਾ ਨਹੀਂ ਸੀਤਾ, ਤੂੰ ਰਾਜੀ ਹੋ ਗਈ? ਤੈਨੂੰ ਕੌਣ ਵੈਦ ਮਿਲਿਆ ਹੈ? ਉਹ ਕੌਣ ਹੈ ਜਿਸ ਨੇ ਰਾਤ ਵਿੱਚ ਹੀ ਤੈਨੂੰ 9 ਵਰ 9 ਕਰ ਦਿੱਤਾ ਹੈ? ਇਹ ਭਗਵਾਨ ਦੀ ਕਿਰਪਾ ਹੈ, ਗੋਬਿੰਦ ਰਾਏ ਦੀ ਕਿਰਪਾ ਹੈ। ਉਸਦੀ ਨਜ਼ਰ ਸਵੱਲੀ ਹੋਈ ਹੈ। ਰਾਮਨਾਥ ਦੀ ਮਾਤਾ ਸੀਤਾ ਨੇ ਉੱਤਰ ਦਿੱਤਾ। ਗੁਆਂਢਣ ਨੇ ਬਹੁਤ ਸਾਰਾ ਪੁੱਛਣ ਤੇ ਉਸਨੇ ਸਤਿਗੁਰੂ ਜੀ ਦੇ ਬਚਨ ਕਰਨ ਦੀ ਕਥਾ ਸੁਣਾ ਦਿੱਤੀ। ਅੰਤ ਵਿੱਚ ਕਿਹਾ, ਬਸ ਉਹਨਾਂ ਦੇ ਜਾਣ ਪਿੱਛੋਂ ਮੇਰਾ ਰੋਗ ਦੂਰ ਹੋ ਗਿਆ ਹੈ। ਉਹ ਜ਼ਰੂਰ ਪਰਮਾਤਮਾ ਦਾ ਰੂਪ ਹੈ, ਕੋਈ ਅਵਤਾਰ ਹਨ। ਗੁਆਂਢਣ ਉਹਦੇ ਘਰੋਂ ਨਿਕਲ ਤੁਰੀ ਤੇ ਉਸਨੇ ਗਲੀ ਮੁਹੱਲੇ ਵਿੱਚ ਫਿਰ ਕੇ ਸਾਰੀਆਂ ਇਸਤਰੀਆਂ ਨੂੰ ਦੱਸ ਦਿੱਤਾ ਕਿ ਸੀਤਾ ਦੇ ਸਾਰੇ ਰੋਗ ਕੱਟੇ ਗਏ ਹਨ, ਕੱਟੇ ਵੀ ਪਲ ਵਿੱਚ ਹੀ ਗਏ ਹਨ, ਬਿਨਾਂ ਕਿਸੇ ਦਵਾ ਦਾਰੂ ਦੇ। ਸਤਿਗੁਰੂ ਜੀ ਗੋਬਿੰਦ ਰਾਏ ਇੱਕ ਬਾਲ ਆਇਆ ਹੈ, ਉਸਨੇ ਬਚਨ ਕੀਤਾ ਤਾਂ ਰਾਜੀ ਹੋ ਗਈ। ਉਹ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ, ਉਹ ਭਗਵਾਨ ਰੂਪ ਹੈ, ਪਰਮੇਸ਼ਰ ਹੈ। ਗੋਬਿੰਦ ਰਾਏ ਜਿਸ ਵੱਲ ਦਇਆ ਦ੍ਰਿਸ਼ਟੀ ਕਰੇ ਉਹ ਹੀ ਤਰ ਜਾਂਦਾ ਹੈ। ਆਓ ਦੇਖੋ ਸੀਤਾ ਨੂੰ ਉਹ ਕਿੰਨੀ ਪ੍ਰਸੰਨ ਤੇ ਸ਼ਕਤੀਵਾਨ ਹੈ। ਉਸਨੇ ਲੋਕਾਂ ਨੂੰ ਇਹ ਵੀ ਕਿਹਾ, ਆਓ ਬਾਲ ਰੂਪ ਭਗਵਾਨ ਗੋਬਿੰਦ ਰਾਏ ਅਵਤਾਰ ਦੇ ਵੀ ਦਰਸ਼ਨ ਕਰੀਏ। ਬਸ ਫਿਰ ਕੀ ਸਾਰਾ ਪਿੰਡ ਸੀਤਾ ਨੂੰ ਦੇਖਣ ਆਇਆ ਤੇ ਸੀਤਾ ਨੂੰ ਦੇਖਣ ਪਿੱਛੋਂ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਤੇ ਮੱਥਾ ਟੇਕਦਾ ਰਿਹਾ। ਕਿਸੇ ਨੇ ਸੁੱਖ ਮੰਗਿਆ, ਕਿਸੇ ਨੇ ਜਨਮ ਮਰਨ ਦੇ ਬੰਧਨ ਕਟਵਾਏ, ਕਿਸੇ ਨੇ ਕਾਰੋਬਾਰ ਮੰਗਿਆ, ਕਿਸੇ ਨੇ ਪੁੱਤ ਧੀ ਮੰਗੇ। ਸਵੇਰ ਤੋਂ ਹੀ ਸ਼ਾਮ ਤੱਕ ਉਸ ਸਥਾਨ 'ਤੇ ਮੇਲਾ ਲੱਗਣ ਲੱਗਾ ਜਿੱਥੇ ਸਤਿਗੁਰੂ ਜੀ ਦਾ ਡੇਰਾ ਸੀ। ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਵੀ ਖੂਬ ਸੇਵਾ ਹੋਣ ਲੱਗੀ। ਭੰਡਾਰਿਆਂ ਵਿੱਚ ਅੰਨ ਬਸਤਰ ਅਤੇ ਮਾਇਆ ਦੇ ਗੱਫੇ ਬੇਅੰਤ ਆਉਣ ਲੱਗੇ। ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸੇਵਕ ਖੁੱਲ੍ਹੇ ਦਿਲ ਨਾਲ ਗੁਰੂ ਕਾ ਲੰਗਰ ਚਲਾ ਕੇ ਆਏ ਗਏ ਦਾ ਸਤਿਕਾਰ ਕਰਨ ਲੱਗੇ। ਰਾਮਨਾਥ ਤੇ ਉਸ ਦੀ ਮਾਤਾ ਸੀਤਾ ਤਾਂ ਹੋ ਹੀ ਗੁਰੂ ਘਰ ਦੇ ਗਏ। ਸੀਤਾ ਦੀ ਤਾਂ ਜ਼ਬਾਨ ਸਵਾਸ ਵਾਹਿਗੁਰੂ 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 ਤੇ ਧੰਨ ਸਤਿਗੁਰੂ ਜੀ ਦਾ ਜਾਪ ਕਰਦੀ ਤੇ ਗੋਬਿੰਦ ਰਾਏ ਜੀ ਦਾ ਸ਼ੁਕਰਾਨਾ ਕਰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।